5 जनवरी 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਆਏ ਸਨ। ਤਾਂ ਉਸ ਵੇਲੇ ਉਹਨਾਂ ਨੂੰ ਕੁਝ ਸਮੇਂ ਵਾਸਤੇ ਪੁਲ ਦੇ ਉੱਤੇ ਖੜੇ ਹੋਣਾ ਪਿਆ ਸੀ। ਤਾਂ ਉਸ ਵੇਲੇ ਇਹ ਗੱਲ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਸੇਂਧ ਲੱਗੀ ਹੈ। ਤਾਂ ਉਸ ਮਾਮਲੇ ਦੇ ਵਿੱਚ ਬਹੁਤ ਸਾਰੀ ਰਾਜਨੀਤੀ ਗਰਮਾਈ, ਲੇਕਿਨ ਹੁਣ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਵੱਡਾ ਫੈਸਲਾ ਆਇਆ ਜਿਸ ਦੇ ਵਿੱਚ ਉਹਨਾਂ ਨੇ ਮੰਨਿਆ ਹੈ ਕਿ ਇਹ ਇੱਕ ਸੁਰੱਖਿਆ ਦੇ ਵਿੱਚ ਕੋਤਾਹੀ ਹੈ। ਤਾਂ ਭਾਜਪਾ ਕਿਸ ਤਰ੍ਹਾਂ ਦੇਖਦੀ ਹੈ? ਸਾਡੇ ਨਾਲ ਡਾਕਟਰ ਜਗਮੋਹਨ ਸਿੰਘ ਰਾਜੂ ਜੀ ਮੌਜੂਦ ਨੇ। ਸਰ, ਅੱਜ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਕਿਉਂਕਿ ਹੁਣ ਪੋਲਿਟਿਕਸ ਖਤਮ ਹੈ, ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਸਰਕਾਰ ਜ਼ਿੰਮੇਵਾਰ ਹੈ। ਦੇਖੋ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿੱਦਾਂ ਦਾ ਤੁਸੀਂ ਬਿਆਨ ਦਿੱਤਾ, ਆਪਣੀ ਓਪਨਿੰਗ ਸਟੇਟਮੈਂਟ ਦਿੱਤੀ ਕਿ ਉਹਨਾਂ ਨੂੰ ਕੁਝ ਸਮੇਂ ਲਈ ਉੱਥੇ ਖੜਾ ਹੋਣਾ ਪਿਆ, ਇਹ ਬਿਲਕੁਲ ਗਲਤ ਗੱਲ ਹੈ। ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਉਹਨਾਂ ਨੂੰ ਖੜਾ ਹੋਣਾ ਪਿਆ। ਦੇਖਣਾ ਇਹ ਹੈ ਕਿ ਇੱਕ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਕਲੀਅਰੈਂਸ ਮਿਲੀ। ਉਹਨਾਂ ਨੂੰ ਇਹ ਕਿਹਾ ਗਿਆ ਕਿ ਸਾਰਾ ਜਿਹੜਾ ਤੁਹਾਡਾ रूट है वो बिल्कुल सिक्योर कर दिता गया। सिक्योर करने का मतलब होंदा ਉਹਦੇ ਤੇ बिल्कुल पुलिस वालों नो ऑब्जेक्शन होया। लेकिन ਜਦੋਂ उन्होंने अपनी यात्रा शुरू कर ਦਿੱਤੀ ਤੇ 10 किलोमीटर ओले मतलब ਫਿਰੋਜ਼ਪੁਰ ਦੇ ਬਾਰਡਰ ਤੇ ਜਿਹੜਾ ਆਪਣਾ ਪਾਕਿਸਤਾਨ ਦਾ ਲੱਗਦਾ ਹੈ ਉਸ ਤੋਂ 10 किलोमीटर ਪਹਿਲਾਂ ਇਹ ਪਾਇਆ ਗਿਆ ਕਿ ਉੱਥੇ ਕੁਝ ਲੋਕੀ ਸੜਕ ਤੇ ਬੈਠੇ ਹੋਏ, ਪਤਾ ਨਹੀਂ ਕੁਝ ਲੋਕੀ ਉੱਥੇ ਸੜਕ ਤੇ ਬੈਠੇ ਹੋਏ ਰਸਤਾ ਰੋਕ ਰਹੇ ਨੇ। ਤੇ ਇਹ ਪਹਿਲੀ ਵਾਰੀ ਹੋਇਆ ਹੋਏਗਾ ਕਿ ਹਿੰਦੁਸਤਾਨ ਦੇ ਵਿੱਚ ਜਦੋਂ SPG ਐਕਟ ਬਣਿਆ ਹੈ ਕਿ ਪੁਲਿਸ ਨੇ ਕਲੀਅਰੈਂਸ ਦੇਣ ਤੋਂ ਬਾਅਦ ਕਿ ਰੂਟ ਸਿਕਿਉਰ ਕਰ ਦਿੱਤਾ ਗਿਆ ਹੈ, ਤੁਸੀਂ ਪ੍ਰੋਸੀਡ ਕਰੋ, ਤੁਸੀਂ ਚੱਲੋ। ਜਦੋਂ VIP ਸੜਕ ਤੇ ਚੱਲ ਪੈਂਦੇ ਨੇ ਤੇ ਉਹਨਾਂ ਨੂੰ ਓਪਨ ਸੜਕ ਦੇ ਉੱਤੇ, ਔਰ ਉਹ ਵੀ 10 ਕਿਲੋਮੀਟਰ ਪਾਕਿਸਤਾਨ ਦੇ ਬਾਰਡਰ ਤੋਂ ਪਰੇ, ਜਿੱਥੋਂ ਕਿ ਤੁਹਾਨੂੰ ਪਤਾ ਹੈ ਕਿ ਵੱਡੇ ਵੱਡੇ ਹਥਿਆਰ ਸਾਡੇ ਵੱਲ ਸੁੱਟੇ ਜਾਂਦੇ ਨੇ, ਤੁਹਾਨੂੰ ਪਤਾ ਹੈ ਵੱਡੇ ਵੱਡੇ ਡਰੋਨ ਉੱਥੋਂ ਆਉਂਦੇ, ਤੁਹਾਨੂੰ ਪਤਾ ਹੈ ਆਰਟਿਲਰੀ ਫਾਇਰ, ਬਾਕੀ ਫਾਇਰ ਅਕਸਰ ਕ੍ਰਾਸ ਹੁੰਦਾ ਰਹਿੰਦਾ ਹੈ। ਤੇ ਕੇਵਲ 10 ਕਿਲੋਮੀਟਰ ਉੱਥੇ ਉਹਨਾਂ ਨੂੰ 20 ਮਿੰਟ ਦੇ ਲਈ ਖੜਾ ਕੀਤਾ ਗਿਆ, ਜਿੱਦਾਂ ਕਿਤੇ ਸੰਕੇਤ ਹੋਏ ਕਿਸੇ ਨੂੰ ਕਿ ਲੈ ਵੀ ਖੜੇ ਨੇ, ਜੋ ਕਰਨਾ ਤੁਸੀਂ ਕਰ ਲਓ। ਉਹਦੇ 'ਚ ਮਾਨਯੋਗ ਸੁਪਰੀਮ ਕੋਰਟ ਨੇ ਕੀ ਅੱਜ ਤਰਕ ਕੀ ਰੱਖਿਆ ਉਹਦੇ ਵਿੱਚ? ਉਹਦੇ ਇਸ਼ੂ ਪਹਿਲਾਂ ਇਹ ਹੈ ਕਿ ਸੁਪਰੀਮ ਕੋਰਟ ਕੋਲ ਮਾਮਲਾ ਗਿਆ ਕਿਉਂ? ਸੁਪਰੀਮ ਕੋਰਟ ਮਾਮਲਾ ਇਸ ਲਈ ਗਿਆ ਕਿ ਜਦੋਂ ਇਹ SPG ਨੇ, ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਇਹ ਇਸ਼ੂ ਰੇਜ਼ ਕੀਤਾ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਕੰਪਰੋਮਾਈਜ਼ ਹੋ ਗਈ ਹੈ, ਤਾਂ ਉਹਨਾਂ ਨੇ ਕਿਹਾ ਨਹੀਂ ਜੀ, ਤੁਸੀਂ ਡਰਾਮਾਬਾਜ਼ੀ ਕਰ ਰਹੇ ਹੋ, ਤੁਸੀਂ ਥ੍ਰੈਟਿਕਸ ਕਰ ਰਹੇ ਹੋ, ਤੁਸੀਂ ਐਵੇਂ ਲਿਫਾਫੇਬਾਜ਼ੀ ਕਰ ਰਹੇ ਹੋ, ਕੁਝ ਨਹੀਂ ਹੋਇਆ, ਤੁਸੀਂ ਵੋਟਾਂ ਬਟੋਰਨੀ ਹੈ, ਉਹਨਾਂ ਦੀ ਸਿੰਪਥੀ ਲੈਣ ਦੇ ਲਈ ਇਹ ਕਰ ਰਹੇ ਹੋ। ਔਰ ਟੋਟਲੀ ਇਹ ਕਹਤਾ ਕਿ ਇਹ 'ਚ ਕੋਈ ਤੱਥ ਨਹੀਂ ਹੈ, ਸਭ ਕੁਝ ਠੀਕ ਸੀਗਾ। ਇਸ ਲਈ ਕਈ ਲੋਕਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ PIL ਲਗਾਈ ਸੁਪਰੀਮ ਕੋਰਟ ਦੇ ਅੱਗੇ ਕਿ ਜੀ ਕੀ ਇਹ ਫੈਕਟ ਕੀ ਹੈ ਕਿ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਕੰਪਰੋਮਾਈਜ਼ ਹੋਈ ਕਿ ਇਹ ਡਰਾਮੇਬਾਜ਼ੀ ਹੋ ਰਹੀ ਹੈ। ਤੇ ਸੁਪਰੀਮ ਕੋਰਟ ਨੇ ਕਿਹਾ ਇਹ ਬਹੁਤ ਹੀ ਸੀਰੀਅਸ ਇਸ਼ੂ ਹੈ, ਇਸ ਦੇ ਲਈ ਇੱਕ ਕਮੇਟੀ ਬਿਠਾਈ ਜਾਏ। ਉਸ ਕਮੇਟੀ ਦੇ ਵਿੱਚ ਵੱਡੇ ਵੱਡੇ ਅਫਸਰ ਬਿਠਾਏ ਔਰ ਕਮੇਟੀ ਦਾ ਜਿਹੜਾ ਹੈੱਡ ਸੀ ਉਹ ਇੱਕ ਸਾਬਕਾ ਜੱਜ ਨੂੰ ਬਣਾਇਆ ਗਿਆ। ਉਹਦੀ ਰਿਪੋਰਟ ਅੱਜ ਸੁਪਰੀਮ ਕੋਰਟ ਨੂੰ ਹੈਂਡ ਓਵਰ ਹੋਈ ਹੈ ਔਰ ਉਹਦੇ ਵਿੱਚ ਕਮੇਟੀ ਨੇ ਇਹ ਉਹਨਾਂ ਨੂੰ ਮਿਲਿਆ ਕਿ ਬਈ ਲਾਜ਼ਮੀ ਤੌਰ ਤੇ ਉੱਤੇ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਪੱਕਾ ਔਰ ਬਹੁਤ ਵੱਡੇ ਤਰੀਕੇ ਨਾਲ ਕੰਪਰੋਮਾਈਜ਼ ਹੋਈ ਹੈ। ਹੁਣ ਨੈਕਸਟ ਸਟੈਪ ਕੀ ਹੈ? ਬਿਕੋਜ਼ ਇੱਕ ਚੀਫ ਸੈਕਟਰੀ ਦੇ ਤੌਰ ਦੇ ਉੱਤੇ ਤੁਹਾਨੂੰ ਮੈਂ ਸਵਾਲ ਕਰ ਰਿਹਾ ਕਿਉਂਕਿ ਤੁਸੀਂ ਐਡਮਿਨਿਸਟ੍ਰੇਸ਼ਨ ਰਿਫਾਰਮ 'ਚ ਰਹੇ ਹੋ, ਸੈਂਟਰ ਰਿਫਾਰਮ 'ਚ ਵੀ ਰਹੇ ਹੋ, ਕੀ ਹੁਣ ਨੈਕਸਟ ਕਾਰਵਾਈ ਕੀ ਹੋਗੀ? ਪਰਚਾ ਦਰਜ ਕਰਾਇਆ ਜਾਏਗਾ? ਮੈਂ ਸੋਚਦਾ ਹਾਂ ਜੀ ਹੈਡਸ ਮਸਟ ਫਾਲ, ਹੈਡਸ ਮਸਟ ਫਾਲ, ਨਹੀਂ ਤਾਂ ਇਹ ਤਾਂ ਫਿਰ ਬਹੁਤ ਇੱਕ ਮਜ਼ਾਕ ਬਣ ਜਾਏਗਾ, ਤੁਸੀਂ ਜੋ ਮਰਜ਼ੀ ਕਰ ਲਓ ਔਰ ਉਸ ਤੋਂ ਬਾਅਦ ਕੁਝ ਹੋਣਾ ਨਹੀਂ ਹੈ। ਹੁਣ ਮੈਂ ਇੱਥੇ ਤੁਹਾਨੂੰ ਇੱਕ ਮਿੰਟ ਰੋਕਾਂਗਾ। ਉਸ ਵੇਲੇ ਕੁਝ ਲੀਡਰਸ ਦੇ ਬਿਆਨ ਆਏ, ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਕਿ ਸਾਲ ਭਰ ਤੇ ਕਿਸਾਨ ਬੈਠੇ ਰਹੇ, ਜੇ ਪ੍ਰਧਾਨ ਮੰਤਰੀ ਨੂੰ 10-15 ਮਿੰਟ ਰੁਕਣਾ ਪੈ ਗਿਆ ਤਾਂ ਕੋਈ ਗੱਲ ਨਹੀਂ ਹੋਈ। ਚਰਨਜੀਤ ਸਿੰਘ ਚੰਨੀ ਦਾ ਬਿਆਨ ਆਉਂਦਾ ਜੀ ਮੈਂ ਤੇ ਬਿਲਕੁਲ ਸੁਰੱਖਿਆ ਕਲੀਅਰ ਕੀਤੀ ਸੀ, ਜੇ ਆ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ। ਇਸ ਤਰ੍ਹਾਂ ਦੇ ਬਿਆਨ ਕਾਂਗਰਸ ਲੀਡਰਸ ਵੱਲੋਂ ਦਿੱਤੇ ਗਏ। ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ ਕਿ ਇਹ ਕਾਂਗਰਸ ਦੀ ਆਪਣੀ ਹੋਈ ਬਣਾਈ ਹੋਈ ਇੱਕ ਕੌਨਸਪੀਰੇਸੀ ਸੀ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਹਾਨੂੰ ਪਤਾ ਹੈ ਕਰਪਸ਼ਨ ਦੇ ਬਹੁਤ ਖਿਲਾਫ ਨੇ। ਉਹਨਾਂ ਨੇ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਦੇ ਖਿਲਾਫ ED ਦਾ, ਉਹਨਾਂ ਨੇ CBI ਦਾ, ਕਾਂਗਰਸ ਤੇ ਆਪਣੇ ਉੱਤੇ ਤੁਹਾਨੂੰ ਨੈਸ਼ਨਲ ਹੈਰਲਡ ਕੇਸ ਪਤਾ ਹੋਵੇਗਾ, ਸਾਰੇ ਕਰਪਸ਼ਨ ਦੇ ਕੇਸ ਇਹਨਾਂ ਦੇ ਖਿਲਾਫ ਖੋਲ੍ਹੇ। ਇਸ ਦੇ ਨਾਲ ਕਾਂਗਰਸ ਦੇ ਆਪਣੇ ਮਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਖਿਲਾਫ ਬੜੀ ਇੱਕ ਨਫ਼ਰਤ ਹੈ, ਬੜਾ ਉਹਨਾਂ ਦੇ ਲਈ ਡਿਸਲਾਈਕ ਹੈ, ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਉਹਨਾਂ ਨੂੰ ਇੱਕ ਤਰੀਕੇ ਦਾ ਸਬਕ ਸਿਖਾਉਣ ਦੇ ਲਈ ਇਹ ਪੂਰੇ ਦੀ ਪੂਰੀ ਪਲੈਨਿੰਗ ਹੋਈ ਸੀ ਫਿਰੋਜ਼ਪੁਰ ਵਾਲੀ। ਔਰ ਜਿੱਦਾਂ ਤੁਸੀਂ ਕਹਿ ਹੀ ਰਹੇ ਹੋ, ਜਿੱਦਾਂ ਦੇ ਉਹਨਾਂ ਨੇ ਬਿਆਨ ਕੀਤੇ,
ਉਹ ਬਿਲਕੁਲ ਇਹੀ ਪ੍ਰੂਵ ਕਰਦੇ ਨੇ ਕਿ ਉਹਨਾਂ ਨੇ ਜਾਣਬੁੱਝ ਉਹਨੂੰ ਚੜਾ ਰਹੇ ਸੀ ਕਿ ਦੇਖ ਵੀ ਤੈਨੂੰ ਕਰਕੇ ਦਿਖਾ ਦਿੱਤਾ। ਵਾਟ ਵਿਲ ਬੀ ਦਾ ਨੈਕਸਟ ਸਟੈਪ? ਹੁਣ ਕੀ ਹੋਏਗਾ ਕਿ ਇਹਦੇ ਵਿੱਚ ਕੋਈ ਰਿਪੋਰਟ ਤੇ ਕੋਈ ਕਾਰਵਾਈ ਹੋ ਸਕਦੀ ਹੈ? ਬਿਲਕੁਲ ਹੋਏਗਾ ਜੀ, ਕਿਉਂਕਿ ਐਸਪੀਜੀ ਇੱਕ ਐਕਟ ਹੈ, ਪਾਰਲੀਮੈਂਟ ਨੇ ਐਕਟ ਬਣਾਇਆ ਗਿਆ ਹੈ ਕਿ ਬਈ ਪ੍ਰਧਾਨ ਮੰਤਰੀ ਦੀ ਜਿਹੜੀ ਸਿਕਿਉਰਿਟੀ ਹੁੰਦੀ ਹੈ ਉਹ ਐਕਟ ਦੇ ਥੱਲੇ ਰੈਗੂਲੇਟਡ ਹੈ। ਸੁਪਰੀਮ ਕੋਰਟ ਨੇ ਵੀ ਸੀਲਡ ਕਵਰ ਦੇ ਵਿੱਚ ਇੱਕ ਜਿਹੜੀ ਰਿਪੋਰਟ ਹੈ ਸੈਂਟਰਲ ਗਵਰਨਮੈਂਟ ਨੂੰ ਦੇਤੀ ਹੈ ਕਿ ਤੁਸੀਂ ਹੁਣ ਅੱਗੇ ਇਸ ਦੇ 'ਤੇ ਕਾਰਵਾਈ ਕਰੋ। ਮੈਨੂੰ ਯਕੀਨ ਹੈ ਕਿ ਜ਼ਰੂਰ ਇਹਦੇ 'ਤੇ ਸਖਤ ਕਾਰਵਾਈ ਹੋਏਗੀ ਜੀ। ਕਾਨੂੰਨ ਕੀ ਕਹਿੰਦਾ ਹੈ? ਅਗਰ ਬਤੌਰ ਚੀਫ ਸੈਕਟਰੀ ਦੇਖੀਏ ਕਿ ਤੁਸੀਂ ਵੀ ਇੱਕ ਸਟੇਟ ਨੂੰ ਕਰਨ ਹੈਡ ਕਰਦੇ ਰਹੇ ਹੋ, ਤਾਂ ਕੀ ਇਹਦਾ ਧਾਰਾਵਾਂ 'ਚ ਜਿਹੜਾ ਪਰਚਾ ਦਰਜ ਹੋ ਸਕਦਾ ਹੈ? ਨਹੀਂ, ਇੱਕ ਤਾਂ ਹੈ ਜੀ ਕਿ ਨੈਗਲੀਜੈਂਸ ਆਫ ਡਿਊਟੀ ਹੈ, ਦੂਜਾ ਹੈ ਐਸਪੀਜੀ ਦਾ ਵਾਇਲੇਸ਼ਨ ਹੈ। ਸੋ ਐਸਪੀਜੀ ਦੇ ਐਕਟ ਦੀ ਵਾਇਲੇਸ਼ਨ ਇਟਸੈਲਫ ਇੱਕ ਬਹੁਤ ਵੱਡੀ ਰੀਜ਼ਨ ਹੈ ਕਿ ਤੁਸੀਂ ਉਹਦੇ 'ਤੇ ਐਕਸ਼ਨ ਲਓ। ਤੀਜਾ ਹੈ ਐਡਮਿਨਿਸਟ੍ਰੇਟਿਵ ਫੇਲੀਅਰ ਹੈ। ਤੇ ਹੁਣ ਤਾਂ ਵੈਸੇ ਸਰਕਾਰ ਬਦਲ ਗਈ, ਤੇ ਜੇ ਨਾ ਕਿਤੇ ਬਦਲੀ ਹੁੰਦੀ ਤਾਂ ਇਹਦੇ 'ਤੇ ਬਹੁਤ ਵੱਡਾ ਐਕਸ਼ਨ ਵੀ ਹੋ ਸਕਦਾ ਸੀਗਾ। ਔਰ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਜਿਹਦੇ ਵਿੱਚ ਇਨਵੋਲਵ ਰਹੇ ਹੋਣਗੇ, ਭਾਵੇਂ ਉਦੋਂ ਦੇ ਮੁੱਖ ਸਚਿਵ ਹੋਏ, ਡੀਜੀਪੀ ਹੋਏ, ਐਸਐਸਪੀ ਹੋਣ, ਜੋ ਵੀ ਹੋਣਗੇ, ਉਹਨਾਂ 'ਤੇ ਲਾਜ਼ਮੀ ਤੌਰ 'ਤੇ ਇਹ ਸਖਤ ਕਾਰਵਾਈ ਹੋਏਗੀ ਜੀ। ਮੁੱਖ ਮੰਤਰੀ ਚੰਨੀ, ਸਾਬਕਾ ਮੁੱਖ ਮੰਤਰੀ ਚੰਨੀ ਤੇ ਵੀ ਕਾਰਵਾਈ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ ਜੀ, ਜੇ ਕਨਸਪੀਰੇਸੀ ਅੱਗੇ ਇਹਦੇ 'ਤੇ ਇਨਕੁਆਇਰ ਕੀਤੀ ਜਾਏ, ਕਿਉਂਕਿ ਅਲਟੀਮੇਟ ਰਿਸਪੌਂਸਿਬਿਲਟੀ ਜਿਹਨੂੰ ਕਹਿੰਦੇ ਆ ਦਾ ਬਕ ਸਟਾਪਸ ਐਟ ਦਾ ਟੇਬਲ ਆਫ ਦਾ ਚੀਫ ਮਿਨਿਸਟਰ। ਉਹ ਸਰਕਾਰ ਦੇ ਮੁਖੀਆਂ ਨੇ, ਉਹਨਾਂ ਦੀ ਪੂਰੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਵੀ ਚਾਹੀਦੀ ਹੈ। ਕਹਿੰਦੇ ਜੀ ਕਿਸਾਨ ਸੀਗੇ ਉੱਥੇ, ਕਿਸਾਨਾਂ ਦੇ ਨਾਲ ਬਹੁਤ ਸਾਰੇ ਵਾਅਦੇ ਮੋਦੀ ਸਰਕਾਰ ਨੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਤੇ ਕਿਸਾਨਾਂ ਨੇ ਰੋਸ ਵਜੋਂ ਸੜਕ ਰੋਕ ਲਈ। ਹਾਂ, ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ? ਮੈਂ ਤਾਂ ਕਹਿ ਰਿਹਾ ਕਿ ਚੰਨੀ ਜੀ ਦੇ ਜੋ ਵੀ ਬਿਆਨ ਸਨ, ਉਹ ਇੱਕ ਸਤੇ ਹੋਏ ਆਦਮੀ ਦੇ, ਉਹ ਇੱਕ ਚਿੜੇ ਹੋਏ ਆਦਮੀ ਦੇ, ਉਹ ਇੱਕ ਫੇਲਡ ਮੈਂ ਕਹਿੰਦਾ ਗਵਰਨੈਂਸ ਵਾਲੇ ਮਾਡਲ ਵਾਲੇ ਚੀਫ ਮਿਨਿਸਟਰ ਦੇ ਇਹੋ ਜਿਹੇ ਬਿਆਨ ਹੋ ਸਕਦੇ ਨੇ, ਜਿਹੜਾ ਇਹ ਕਹੇਗੀ ਜੀ ਪ੍ਰਧਾਨ ਮੰਤਰੀ ਦਾ ਅਸੀਂ ਕਾਫਲਾ, ਉਹਨਾਂ ਦੀ ਸਿਕਿਉਰਿਟੀ ਇਸ ਲਈ ਨਾਰਾਜ਼ ਕਰ ਦੇਵਾਂਗੇ, ਇਸ ਲਈ ਕੰਪਰੋਮਾਈਜ਼ ਕਰ ਦੇਵਾਂਗੇ ਕਿਉਂਕਿ ਕੋਈ ਉਹਨਾਂ ਨਾਲ ਨਾਰਾਜ਼ ਸੀ ਕਿ ਕੁਝ ਹੋਇਆ ਤਾਂ ਨਹੀਂ, ਗੱਲ ਬਣੀ ਨਹੀਂ ਜੀ ਕੋਈ। ਕਹਿੰਦੇ ਸੀ ਕੁਝ ਹੋਇਆ ਤਾਂ ਨਹੀਂ। ਤੇ ਮਤਲਬ ਇਹਦਾ ਇਹ ਹੈ ਕਿ ਜਦੋਂ ਹੋ ਜਾਏ ਉਦੋਂ ਐਕਸ਼ਨ ਹੋਣਾ ਚਾਹੀਦਾ ਜੀ। ਇਸ ਐਸਪੀਜੀ ਦਾ ਜਿਹੜਾ ਐਕਟ ਹੈ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਐਕਟ ਹੈ, ਉਹਨਾਂ ਨੂੰ ਇਹ ਕਹਿੰਦੇ ਨੇ ਕਿ ਜੀ ਸਿਕਿਉਰਿਟੀ ਦਾ ਲੈਪਸ ਦਾ ਮਤਲਬ ਕੀ ਹੁੰਦਾ ਹੈ? ਸਿਕਿਉਰਿਟੀ ਦਾ ਲੈਪਸ ਦਾ ਮਤਲਬ ਹੁੰਦਾ ਹੈ ਕਿ ਜੋ ਵੀ ਪ੍ਰੋਟੋਕੋਲ ਉਹਦੇ ਵਿੱਚ ਲੱਗੇ ਨੇ ਉਹ ਪਾਲਨ ਨਹੀਂ ਹੋਏ। ਔਰ ਜਿੱਦਾਂ ਤੁਸੀਂ ਕਹਿੰਦੇ ਨਾ ਕਿ ਇੱਕ ਸੁਸਾਈਡ ਵੀ ਹੁੰਦਾ ਹੈ, ਇੱਕ ਅਟੈਂਪਟ ਟੂ ਮਰਡਰ ਹੁੰਦਾ ਹੈ। ਹੁਣ ਅਟੈਂਪਟ ਟੂ ਮਰਡਰ ਤੁਸੀਂ ਕਹੋ ਜੀ ਮਰਡਰ ਤਾਂ ਹੋਇਆ ਨਹੀਂ, ਅਟੈਂਪਟ ਤਾਂ ਹੋਈ ਹੈ ਨਾ ਜੀ। ਸੋ ਇਸ ਤਰੀਕੇ ਦੇ ਨਾਲ ਇਹ ਕਹਿਣਾ ਇਹ ਬਹੁਤ ਹੀ ਮਤਲਬ ਇੱਕ ਮੁੱਖ ਮੰਤਰੀ ਦੇ ਲੈਵਲ ਦਾ ਬਿਆਨ ਨਹੀਂ, ਇਹ ਦਰਸਾਉਂਦਾ ਹੈ ਕਿ ਇਹਨਾਂ ਨੂੰ ਕੋਈ ਗਵਰਨੈਂਸ ਔਰ ਕੋਈ ਐਡਮਿਨਿਸਟ੍ਰੇਸ਼ਨ ਨਹੀਂ ਆਉਂਦੀ। ਜੇ ਇਹ ਕਿਹਾ ਜਾਏ ਕਿ ਕੁਝ ਹੋਇਆ ਤਾਂ ਨਹੀਂ, ਕੋਈ ਗੱਲ ਨਹੀਂ ਜੀ, ਕੰਪਰੋਮਾਈਜ਼ ਹੋ ਗਈ ਤਾਂ ਹੋ ਗਈ ਸਿਕਿਉਰਿਟੀ। ਸੋ ਇਸੇ ਦੇ ਲਈ ਜਿਹੜੀ ਇਹ ਹੁਣ ਰਿਪੋਰਟ ਬਣੀ ਹੈ, ਮੈਨੂੰ ਲੱਗਦਾ ਹੈ ਕਿ ਕੋਈ ਵੱਡਾ ਇਹਦੇ 'ਤੇ ਐਕਸ਼ਨ ਹੋਣਾ ਚਾਹੀਦਾ ਹੈ ਜੀ। ਪੰਜਾਬ ਦੇ ਮਸਲੇ ਦੀ ਗੱਲ ਕਰ ਲਈਏ ਕਿ ਭਾਜਪਾ ਨੂੰ ਬੜਾ ਸੇਫ ਸਾਈਡ ਮੰਨਿਆ ਜਾ ਰਿਹਾ। ਪ੍ਰਤਾਪ ਬਾਜਵਾ ਜੀ ਦਾ ਬਿਆਨ ਸੀਗਾ ਵਿਧਾਨ ਸਭਾ ਦੇ ਵਿੱਚ, ਕਹਿੰਦੇ ਜੀ ਕੋਈ ਭਾਜਪਾ ਚੱਲ ਜਾਏ, ਕੋਈ ਮੈਕਸੀਕੋ ਦਾ ਬਾਰਡਰ ਤੇ ਹੈ ਨਹੀਂ ਜਿਹੜਾ ਟੱਪਿਆ ਜਾਵੇ। ਨਹੀਂ, ਇਹਦੇ ਵਿੱਚ ਉਹ ਕਹਿਣ ਦਾ ਉਹਨਾਂ ਮਤਲਬ ਕੀ ਹੈ? ਉਹ ਕਹਿੰਦੇ ਜਿਹੜਾ ਭਾਜਪਾ ਚੱਲ ਜਾਏ ਉਹਨੂੰ ਇਮਾਨਦਾਰੀ ਦਾ ਟੈਗ ਲੱਗ ਜਾਂਦਾ, ਤੇ ਪਰ ਭਾਜਪਾ ਜੇ ਕੋਈ ਚਲਾ ਜਾਏ ਉਹਨੂੰ ਵੀ ਫੜਿਆ ਜਾ ਸਕਦਾ। ਉਹ ਕੋਈ ਮੈਕਸੀਕੋ ਦਾ ਬਾਰਡਰ ਨਹੀਂ ਹੈ ਜਿਹਨੂੰ ਨਹੀਂ ਫੜਿਆ ਜਾ ਸਕਦਾ। ਇਹਦਾ ਮਤਲਬ ਹੈ, ਦੇਖੋ ਪ੍ਰਤਾਪ ਬਾਜਵਾ ਜੀ ਇੱਕ ਬੜੇ ਸੀਨੀਅਰ ਕਾਂਗਰਸ ਦੇ ਲੀਡਰ ਨੇ, ਉਹਨਾਂ ਦਾ ਮੈਂ ਸਟੇਟਮੈਂਟ ਸੁਣੀ ਤਾਂ ਨਹੀਂ, ਪਰ ਜੇ ਉਹਨਾਂ ਨੇ ਇਹ ਕਿਹਾ ਤੇ ਇਹ ਬੜੀ ਗਜਬ ਦੀ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ। ਇਹਦਾ ਮਤਲਬ ਇਹ ਹੈ ਕਿ ਸਾਡੇ ਪਾਰਟੀ 'ਚ ਬੜੇ ਵੱਡੇ ਤੋਂ ਵੱਡੇ ਕਰਪਟ ਲੋਕ ਹੈਗੇ ਨੇ, ਲੇਕਿਨ ਜਦੋਂ ਉਹ ਤੁਹਾਡੇ ਕੋਲ ਜੁਆਇਨ ਕਰ ਦਿੰਦੇ ਨੇ ਤੁਸੀਂ ਉਹਨਾਂ 'ਤੇ ਕੁਝ ਕਰਦੇ ਨਹੀਂ। ਇਹ ਉਹ ਕਹਿ ਰਹੇ ਨੇ ਕਿਉਂਕਿ ਬਹੁਤ ਵੱਡੇ ਲੀਡਰ ਕਾਂਗਰਸ ਤੋਂ ਹੀ ਬੀਜੇਪੀ 'ਚ ਆ ਰਹੇ ਨੇ, ਤੇ ਉਹ ਖੁਦ ਹੀ ਕਹੀ ਜਾ ਰਹੇ ਨੇ ਜੀ ਕਿ ਹਾਂ ਤੁਸੀਂ ਐਡਮਿਟ ਕਰਦੇ ਹੋ ਕਿ ਤੁਸੀਂ ਕਰਪਟ ਲੀਡਰ ਲੈ ਰਹੇ? ਨਹੀਂ, ਮੈਂ ਨਹੀਂ ਕਹਿ ਰਿਹਾ। ਪ੍ਰਤਾਪ ਬਾਜਵਾ ਜੀ ਇਹ ਕਹਿ ਰਹੇ ਨੇ ਕਿ ਹਾਂ, ਉਹ ਕਹਿ ਰਹੇ ਨੇ ਜਦੋਂ ਸਾਡੇ ਲੀਡਰ ਦੂਜੀ ਪਾਰਟੀਆਂ ਦੇ ਨਹੀਂ ਕੋਈ ਨਹੀਂ, ਦੂਜੀ ਪਾਰਟੀਆਂ ਦੇ ਜਦੋਂ ਤੁਹਾਡੇ ਨਾਲ ਜੁਆਇਨ ਕਰ ਜਾਣ ਤੇ ਕਰਪਟ ਵੀ ਪਵਿੱਤਰ ਹੋ ਜਾਂਦੇ ਨੇ। ਇਹ ਉਹ ਕਹਿ ਰਹੇ ਨੇ। ਮੈਂ ਤਾਂ ਕਹਿੰਦਾ ਨੇ ਬਹੁਤ ਲੋਕੀ ਕਾਂਗਰਸ ਦੇ ਬੀਜੇਪੀ 'ਚ ਜੁਆਇਨ ਕੀਤੇ ਨੇ ਤੇ ਉਹ ਇਹ ਕਹਿ ਰਹੇ ਸੀ ਕਿ ਉਹ ਕਰਪਟ ਨੇ ਤੇ ਹੁਣ ਤੁਹਾਡੇ ਨਾਲ ਜਾਣ ਨਾਲ ਪਵਿੱਤਰ ਹੋ ਗਏ ਨੇ। ਇਹਦਾ ਮਤਲਬ ਇਹਨਾਂ ਨੇ ਖੁਦ ਉਹ ਕਦੀ ਉਹਨਾਂ ਦਾ ਐਕਸ਼ਨ ਨਹੀਂ ਲਿੱਤਾ ਸੀਗਾ, ਤੇ ਇਹ ਤਾਂ ਉਲਟੀ ਗੱਲ ਕਰ ਰਹੇ ਨੇ ਉਹ। ਇੱਕ ਹੁਣ ਇਹ ਸਵਾਲ ਹੈ ਕਿ ਹੁਣ ਜਿਹੜੀ ਅੱਜ ਸੁਪਰੀਮ ਕੋਰਟ ਦੀ ਰਿਪੋਰਟ ਆਈ ਹੈ, ਇਹਦੇ ਵਿੱਚ ਹੁਣ ਪੰਜਾਬ ਭਾਜਪਾ ਦਾ ਜਿਹੜਾ ਐਕਸ਼ਨ ਕੀ ਹੋਏਗਾ? ਤੁਸੀਂ ਕੀ ਡਿਮਾਂਡ ਕਰਦੇ ਹੋ? ਅਸੀਂ ਤਾਂ ਇਹੀ ਡਿਮਾਂਡ ਕਰਾਂਗੇ ਕਿਉਂਕਿ ਅਸੀਂ ਪੰਜਾਬ 'ਤੇ ਆਏ ਔਰ ਇੱਥੇ ਹੀ ਇਹ ਹਾਦਸਾ ਹੋਇਆ ਹੈ। ਇਹਦੀ ਅੱਗੇ ਪੂਰੀ ਪੰਜਾਬ ਸਰਕਾਰ ਨੂੰ ਵੀ ਐਕਸ਼ਨ ਲੈਣਾ ਚਾਹੀਦਾ।
ਮਤਲਬ ਸੈਂਟਰਲ ਗਵਰਨਮੈਂਟ ਨੇ ਜੋ ਐਕਸ਼ਨ ਲੈਣਾ ਸੋ ਲੈਣਾ ਹੈ, ਲੇਕਿਨ ਪੰਜਾਬ ਸਰਕਾਰ ਨੂੰ ਵੀ ਐਕਸ਼ਨ ਲੈਣਾ ਚਾਹੀਦਾ। ਨਹੀਂ, ਅਸੀਂ ਕੀ ਕਰਨਾ ਜੀ, ਸੁਪਰੀਮ ਕੋਰਟ ਨੇ ਰਿਪੋਰਟ ਦਿੱਤੀ ਹੋਈ ਹੈ, ਉਸ ਰਿਪੋਰਟ ਦੇ ਵਿੱਚ ਉਹ ਆਪਣੇ ਆਪ ਐਕਸ਼ਨ ਲੈਣਗੇ, ਕਿਉਂਕਿ ਪੰਜਾਬ ਸਰਕਾਰ ਦੇ ਵੀ ਰਿਪਰੈਜ਼ੈਂਟੇਸ਼ਨ ਐਗਜ਼ਾਮੀਨੇਸ਼ਨ ਉਹਦੇ ਵਿੱਚ ਹੋਈ ਹੈ। ਸੋ ਉਹਦੇ 'ਚ ਇਹਨਾਂ ਨੂੰ ਆਪਣੇ ਆਪ ਹੀ ਐਕਸ਼ਨ ਲੈਣਾ ਚਾਹੀਦਾ ਹੈ। ਮਾਨ ਸਰਕਾਰ ਕੋ ਉਮੀਦ ਕਰਦੇ ਹੋ ਕਿ ਇਸ ਮਾਮਲੇ ਦੇ ਵਿੱਚ ਉਹ ਕੋਈ ਕਾਰਵਾਈ ਕਰਨਗੇ ਸਾਬਕਾ ਸੀਐਮ ਦੇ ਉੱਤੇ ਜਾਂ ਉਹਨਾਂ ਦੀ ਕੋਈ ਟੀਮ ਦੇ ਉੱਤੇ? ਦੇਖੋ ਜੀ, ਇਹਦੇ ਵਿੱਚ ਸਾਬਕਾ ਮਤਲਬ ਪੋਲਿਟਿਕਸ ਦੀ ਤਾਂ ਇਸ਼ੂ ਹੈ ਹੀ ਨਹੀਂ। ਇਹੀ ਤਾਂ ਮੈਂ ਵਾਰੀ-ਵਾਰੀ ਕਹਿ ਰਿਹਾ ਕਿ ਇੱਕ ਪਾਰਟੀ ਕਾਂਗਰਸ ਨੇ ਇੱਕ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਕੰਪਰੋਮਾਈਜ਼ ਕਰਤੀ ਕਿਉਂਕਿ ਉਹ ਇੱਕ ਪੋਲੀਟੀਕਲ ਐਡਵਰਸਰੀ ਸਨ। ਦੂਜਾ, ਤੁਸੀਂ ਇਹ ਕਹਿ ਰਹੇ ਹੋ ਕਿ ਸ਼ਾਇਦ ਇੱਦਾਂ ਹੋ ਸਕਦਾ ਹੈ ਕਿ ਦੂਜੀ ਪੋਲੀਟੀਕਲ ਪਾਰਟੀ ਵੀ ਇੱਦਾਂ ਦੀ ਹੀ ਭੱਦੀ ਰਾਜਨੀਤੀ ਖੇਲੇ ਕਿ ਕਿਉਂਕਿ ਉਹ ਪ੍ਰਧਾਨ ਮੰਤਰੀ ਦੂਜੀ ਪਾਰਟੀ ਦਾ ਅਸੀਂ ਕੋਈ ਐਕਸ਼ਨ ਲਾਂਗੇ, ਇੱਦਾਂ ਅਸੀਂ ਹੋਣ ਨਹੀਂ ਦੇਵਾਂਗੇ ਜੀ। ਪਰਚਾ ਦਰਜ ਹੋਣਾ ਚਾਹੀਦਾ। ਨਹੀਂ, ਬਿਲਕੁਲ ਜੇ ਐਕਸ਼ਨ ਨਹੀਂ ਹੋਇਆ, ਜੇ ਰਿਕਮੈਂਡਡ ਹੈ ਉਸ ਰਿਪੋਰਟ ਦੇ ਵਿੱਚ ਕਿ ਐਕਸ਼ਨ ਹੋਣਾ ਚਾਹੀਦਾ, ਜੇ ਉਸ ਦੇ ਬਾਵਜੂਦ ਜੇ ਐਕਸ਼ਨ ਨਹੀਂ ਹੋਇਆ ਤੇ ਅਸੀਂ ਪੂਰੇ ਤਰੀਕੇ ਦੇ ਨਾਲ ਇਹਨਾਂ ਨੂੰ ਫੋਰਸ ਕਰਾਂਗੇ, ਇਹਨਾਂ ਨੂੰ ਕੰਪੈਲ ਕਰਾਂਗੇ ਕਿ ਤੁਸੀਂ ਐਕਸ਼ਨ ਲਓ। ਸ਼ੁਕਰੀਆ। ਜਗਮੋਹਨ ਸਿੰਘ ਰਾਜੂ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ, ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜਾਬ ਆਏ ਸਨ ਤਾਂ ਸੁਰੱਖਿਆ ਦੇ ਵਿੱਚ ਸੇਂਧ ਲੱਗੀ ਸੀ, ਤਾਂ ਉਸ ਸੇਂਧ ਦੇ ਵਿੱਚ ਅੱਜ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ। ਉਹਨਾਂ ਨੇ ਕਿਹਾ ਕਿ ਇਹ ਕੋਈ ਇੱਕ ਤਰ੍ਹਾਂ ਦੀ ਨੈਗਲੀਜੈਂਸੀ ਹੈ, ਜਿਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਨ ਜਿਹੜੀ ਹੈ ਜੋਖਿਮ 'ਚ ਪਈ। ਤਾਂ ਹੁਣ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇ, ਲੇਕਿਨ ਐਕਟ ਦੇ ਮੁਤਾਬਕ ਐਸਪੀਜੀ ਐਕਟ ਜਿਹੜਾ ਹੈ, ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਦੱਸਿਆ ਹੈ ਕਿ ਕਿਹਨਾਂ ਧਾਰਾਵਾਂ 'ਚ ਪਰਚਾ ਹੋ ਸਕਦਾ ਹੈ, ਕੌਣ ਇਹਦੇ 'ਚ ਫਸ ਸਕਦਾ ਹੈ, ਲੇਕਿਨ ਉਹ ਰਿਪੋਰਟ ਜਿਹੜੀ ਹੈ ਹੁਣ ਪੰਜਾਬ ਸਰਕਾਰ ਕੋਲ ਜਾਏਗੀ। ਤੁਹਾਨੂੰ ਦੇਖਣਾ ਹੋਏਗਾ ਕਿ ਮਾਨ ਸਰਕਾਰ ਆਪਣੀ ਪਿਛਲੀ ਸਰਕਾਰ ਦੇ ਉੱਤੇ ਕਿਵੇਂ ਕਾਰਵਾਈ ਕਰਦੀ ਹੈ। ਲੇਕਿਨ ਫਿਲਹਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰੋਕਣਾ ਚੰਨੀ ਸਰਕਾਰ ਵਾਸਤੇ ਮਹਿੰਗਾ ਪੈਂਦਾ ਹੋਇਆ ਸਾਬਤ ਹੋ ਰਿਹਾ ਹੈ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।